ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 9th ਚੈਪਟਰ ਸਾਡਾ ਚੱਲ ਰਿਹਾ ਹੈ 12th ਹੀਰੋਜ਼ ਫਾਰਮੂਲਾ ਐਕਸਰਸਾਈਜ਼ 12.2 ਜਿਸ ਤੇ ਅਸੀਂ 8 ਕੁਐਸਚਨ ਜਿਹੜੇ ਪਹਿਲਾਂ ਕਰ ਚੁੱਕੇ ਹਾਂ ਤੇ ਕੁਐਸਚਨ ਨੰਬਰ ਕਰਨਾ ਹੈ 9 ਜੋ ਸਾਡਾ ਲਾਸਟ ਕੁਐਸਚਨ ਹੋਵੇਗਾ ਸਾਡਾ ਐਕਸਰਸਾਈਜ਼ ਦਾ। ਸੋ ਬੜੇ ਹੀ ਧਿਆਨ ਨਾਲ ਕੁਐਸਚਨ ਨੂੰ ਜਿਹੜਾ ਸਮਝਣਾ ਹੈ। ਸੋ ਦੇਖਦੇ ਹਾਂ ਕੁਐਸਚਨ ਦੇ ਵਿੱਚ ਸਾਡੇ ਕੋਲ ਕੀ ਹੈ। ਦੇਖੋ, ਇੱਕ ਖੇਤ ਸਮਲੰਬ ਚਤੁਰਭੁਜ ਦਾ ਹੈ। ਸੋ ਜਿਹੜਾ ਖੇਤ ਹੈ ਇੱਕ ਫੀਲਡ ਦਿੱਤਾ ਗਿਆ ਤੁਹਾਡੇ ਕੋਲ ਕਿਹੜੇ ਆਕਾਰ ਦਾ ਹੈ, ਸਮਲੰਬ ਚਤੁਰਭੁਜ ਆਕਾਰ ਦਾ। ਸੋ ਫਸਟ ਆਫ ਆਲ ਤੁਹਾਨੂੰ ਸਭ ਤੋਂ ਪਹਿਲਾਂ ਕੀ ਪਤਾ ਹੋਣਾ ਚਾਹੀਦਾ ਕਿ ਸਮਲੰਬ ਚਤੁਰਭੁਜ ਕੀ ਹੁੰਦੀ ਹੈ। ਸੋ ਗੱਲ ਕਰਦੇ ਹਾਂ ਆਪਣੀ ਸਮਲੰਬ ਚਤੁਰਭੁਜ। ਸੋ ਜਿਸ ਨੂੰ ਅਸੀਂ ਲਿਖਦੇ ਹਾਂ ਟ੍ਰਪੀਜ਼ੀਅਮ। ਸੋ ਇਹ ਸਾਡਾ ਹੁੰਦਾ ਟ੍ਰਪੀਜ਼ੀਅਮ। ਹੁੰਦੀ ਕਿਸ ਆਕਾਰ ਦੀ ਹੈ ਸਾਡੇ ਕੋਲ, ਇਹ ਸਾਡੇ ਕੋਲ ਇਸ ਤਰ੍ਹਾਂ, ਫਿਰ ਇਹ ਜੋ ਆਕਾਰ ਸਾਡੇ ਕੋਲ ਇਸ ਤਰ੍ਹਾਂ ਇੱਕ ਟ੍ਰਪੀਜ਼ੀਅਮ ਜਿਹੜਾ ਹੁੰਦਾ ਹੈ। ਸੋ ਇਸ ਦੀ ਪਹਿਚਾਣ ਕੀ ਹੈ ਕਿ ਇਸ ਦੇ ਵਿੱਚ ਸਾਡੇ ਕੋਲ ਜਿਹੜੀਆਂ ਓਪੋਜ਼ਿਟ ਸਾਈਡਾਂ ਜਾਂ ਸਨਮੁਖ ਭੁਜਾਵਾਂ ਹਨ ਸਾਡੇ ਕੋਲ ਉਹ ਸਮਾਂਤਰ ਜਿਹੜੀਆਂ ਕਿ ਹੁੰਦੀਆਂ ਹਨ। ਸੋ ਹੁਣ ਜਿਹੜਾ ਆਕਾਰ ਦਿੱਤਾ ਗਿਆ ਹੈ ਫੀਲਡ ਦਾ ਉਹ ਦੇਖਦੇ ਹਾਂ ਕੀ ਹੈ, ਜਿਸ ਦੀਆਂ ਸਮਾਂਤਰ ਭੁਜਾਵਾਂ 25 ਮੀਟਰ ਅਤੇ 10 ਮੀਟਰ ਹਨ। ਸੋ ਕਿਸ ਤਰ੍ਹਾਂ ਦਾ ਹੁੰਦਾ ਹੈ ਵੇਖ ਲੈਂਦੇ ਹਾਂ। ਇਹ ਸਾਡੇ ਕੋਲ ਇੱਕ ਇਸ ਆਕਾਰ ਦਾ ਹੁੰਦਾ ਹੈ ਜਿਸ ਦੇ ਵਿੱਚ ਦੋ ਭੁਜਾਵਾਂ ਜਿਹੜੀਆਂ ਸਾਡੇ ਕੋਲ ਸਮਾਂਤਰ ਹੁੰਦੀਆਂ ਹਨ ਅਤੇ ਦੋ ਭੁਜਾਵਾਂ ਸਮਾਂਤਰ ਨਹੀਂ ਹੁੰਦੀਆਂ। ਸੋ ਸਮਾਂਤਰ ਭੁਜਾਵਾਂ ਕਿਹੜੀਆਂ ਹੁੰਦੀਆਂ, ਜਿਹੜੀਆਂ ਆਪਸ ਵਿੱਚ ਨਹੀਂ ਕੱਟਦੀਆਂ, ਅਤੇ ਅਸਮਾਂਤਰ ਇਹ ਭੁਜਾਵਾਂ ਅਸਮਾਂਤਰ ਹੋਣਗੀਆਂ। ਦੇਖੋ, ਇਹਨੂੰ ਵਧਾਈ ਜਾਈਏ ਇਹਨੂੰ ਵਧਾਈ ਜਾਈਏ ਦੋਵੇਂ ਆਪਸ ਵਿੱਚ ਨਹੀਂ ਕੱਟਣਗੀਆਂ, ਠੀਕ ਆ। ਪਰ ਇੱਕ ਭੁਜਾ ਇੱਧਰੋਂ ਚੱਲੀ ਦੂਸਰੀ ਇਸ ਸਾਈਡ ਤੋਂ ਚੱਲੀ ਸਾਡੇ ਕੋਲ, ਇਸ ਨੂੰ ਵਧਾਈਏ ਇਸ ਨੂੰ ਵਧਾਈਏ ਸਾਡੇ ਕੋਲ ਕੱਟ ਗਈ। ਇਸ ਦਾ ਮਤਲਬ ਇਹ ਅਸਮਾਂਤਰ ਹਨ ਅਤੇ ਇਹ ਜਿੱਥੇ ਅਸੀਂ ਸਾਈਨ ਲਗਾਏ ਹਨ ਐਰੋ ਵਾਲੇ ਉਹ ਸਮਾਂਤਰ ਭੁਜਾਵਾਂ ਹਨ। ਸੋ ਇਸ ਤਰ੍ਹਾਂ ਸਾਡੇ ਕੋਲ ਇੱਕ ਟ੍ਰਪੀਜ਼ੀਅਮ ਸ਼ੇਪ ਦਾ ਜਾਂ ਸਮਲੰਬ ਚਤੁਰਭੁਜ ਆਕਾਰ ਦਾ ਖੇਤ ਦਿੱਤਾ ਗਿਆ ਹੈ ਜਿਸ ਦੀਆਂ ਭੁਜਾਵਾਂ ਕਿਸ ਤਰ੍ਹਾਂ ਦਿੱਤੀਆਂ ਗਈਆਂ ਹਨ, ਸਮਾਂਤਰ ਭੁਜਾਵਾਂ 25 ਮੀਟਰ ਅਤੇ 10 ਮੀਟਰ ਹਨ। ਸੋ ਜਿਸ ਦੀ ਇੱਕ ਭੁਜਾ ਸਾਡੇ ਕੋਲ ਹੈ ਦਿੱਤੀ ਗਈ 25 ਮੀਟਰ ਅਤੇ ਦੂਸਰੀ ਭੁਜਾ ਸਮਾਂਤਰ ਜਿਹੜੀ ਹੈ ਇਸ ਦੇ ਉਹ 10 ਮੀਟਰ ਦਿੱਤੀ ਗਈ ਹੈ। ਇਸ ਦੀਆਂ ਅਸਮਾਂਤਰ ਭੁਜਾਵਾਂ 14 ਮੀਟਰ ਅਤੇ 13 ਮੀਟਰ ਹਨ। ਸੋ ਇਸ ਦੀ ਇੱਕ ਭੁਜਾ ਜਿਹੜੀ ਸਾਡੇ ਕੋਲ ਹੈ ਉਹ ਹੈ 13 ਮੀਟਰ ਜੋ ਸਮਾਂਤਰ ਹੈ, ਅਤੇ ਉੱਪਰ ਜਿਹੜੀ ਸਮਾਂਤਰ ਭੁਜਾ ਦਿੱਤੀ ਗਈ ਹੈ ਉਹ ਸਾਡੇ ਕੋਲ ਹੈ 10 ਮੀਟਰ। ਸੋ ਇਸ ਸਾਈਡ ਤੇ ਸਾਨੂੰ ਇੱਕ ਭੁਜਾ ਦਿੱਤੀ ਗਈ ਹੈ ਜੋ ਹੈ ਸਾਡੀ 14 ਮੀਟਰ। ਸੋ ਇਹ ਦੋ ਨਹੀਂ, ਸਾਡੇ ਕੋਲ ਹੈ 25 ਮੀਟਰ। ਸੋ ਇਸ ਤਰ੍ਹਾਂ ਸਾਡੇ ਕੋਲ ਇੱਕ ਸਮਲੰਬ ਚਤੁਰਭੁਜ ਆਕਾਰ ਦਾ ਜਿਹੜਾ ਇੱਕ ਫੀਲਡ ਆ ਖੇਤ ਜਿਹੜਾ ਉਹ ਦਿੱਤਾ ਗਿਆ ਹੈ। ਸੋ ਇਸ ਦਾ ਖੇਤ ਦਾ ਖੇਤਰਫਲ ਅਸੀਂ ਪਤਾ ਕਰਨਾ ਹੈ। ਸੋ ਇਸ ਦਾ ਖੇਤਰਫਲ ਪਤਾ ਕਰਨ ਦੇ ਲਈ ਸਾਡੇ ਕੋਲ ਸਮਲੰਬ ਚਤੁਰਭੁਜ ਆਕਾਰ ਦਾ ਇੱਕ ਫਾਰਮੂਲਾ ਹੁੰਦਾ ਹੈ। ਕੀ ਹੁੰਦਾ ਹੈ ਵੇਖਦੇ ਹਾਂ। ਸਮਲੰਬ ਚਤੁਰਭੁਜ ਦਾ ਖੇਤਰਫਲ ਜੋ ਬਰਾਬਰ ਹੁੰਦਾ ਹੈ 1/2 ਸਮਾਂਤਰ ਭੁਜਾਵਾਂ ਦਾ ਜੋੜ ਗੁਣਾ ਸਿਖਰ ਲੰਬ। ਹੁਣ ਸਿਖਰ ਲੰਬ ਕੀ ਹੁੰਦਾ ਹੈ, ਜੋ ਵੀ ਇਹਨਾਂ ਭੁਜਾਵਾਂ ਦੇ ਵਿਚਕਾਰ ਸਾਡੇ ਕੋਲ ਦੂਰੀ ਹੁੰਦੀ ਹੈ ਸਮਾਂਤਰ ਭੁਜਾਵਾਂ ਦੇ ਵਿਚਕਾਰ ਉਹ ਸਾਡਾ ਜਿਹੜਾ ਕਿ ਸਿਖਰ ਲੰਬ ਹੁੰਦਾ ਹੈ। ਇਹਦਾ ਮਤਲਬ ਕਿ ਇਸ ਤਰ੍ਹਾਂ ਸਾਡੇ ਕੋਲ ਜਿਹੜੀ ਇਹ ਵਾਲੀ ਦੂਰੀ ਉਹ ਪਤਾ ਹੋਣੀ ਚਾਹੀਦੀ ਹੈ ਤਾਂ ਅਸੀਂ ਇਸ ਦਾ ਖੇਤਰਫਲ ਜਿਹੜਾ ਉਹ ਕੱਢ ਸਕਦੇ ਹਾਂ। ਸੋ ਇਹ ਸਾਡੇ ਕੋਲ ਦਿੱਤਾ ਨਹੀਂ ਗਿਆ ਹੈ। ਸੋ ਸਮਾਂਤਰ ਭੁਜਾਵਾਂ ਤਾਂ ਦੋਵੇਂ ਹਨ ਸਾਡੇ ਕੋਲ। ਸੋ ਇਸ ਸਭ ਤੋਂ ਪਹਿਲਾਂ ਸਾਨੂੰ ਇੱਕ ਸਿਖਰ ਲੰਬ ਦਾ ਪਤਾ ਹੋਣਾ ਚਾਹੀਦਾ, ਫਿਰ ਅਸੀਂ ਜਿਹੜਾ ਸਵਾਲ ਹੈ ਆਪਣਾ ਉਹ ਕਰ ਪਾਵਾਂਗੇ। ਸੋ ਇਸ ਨੂੰ ਅਸੀਂ ਇਕੁਏਸ਼ਨ ਮੰਨ ਲੈਂਦੇ ਹਾਂ ਫਸਟ। ਸੋ ਅਸੀਂ ਕੁਝ ਜਿਹੜਾ ਦੇਖੋ ਇਹ 10 ਹੈ ਸਾਡੇ ਕੋਲ, ਨੀਚੇ ਵੀ ਅਸੀਂ 10 ਜਿਹੜਾ 1 ਮੀਟਰ ਜਿਹੜੀ ਛੱਡ ਲੈਣੀ ਹੈ ਭੁਜਾ, ਅਤੇ ਫਿਰ ਇੱਕ ਲਾਈਨ ਜਿਹੜੀ ਉਹ ਬਣਾ ਲੈਣੀ ਹੈ ਅਸੀਂ, ਉਹ ਜਿਹੜੀ ਅਸੀਂ ਬਣਾਉਂਦੇ ਹਾਂ। ਸੋ ਇਸ ਤਰ੍ਹਾਂ ਸਾਡੇ ਕੋਲ ਥੋੜ੍ਹਾ ਜਿਹਾ ਧਿਆਨ ਨਾਲ ਬਣਾਉਣਾ ਹੈ। ਦੇਖੋ ਸਾਡੇ ਕੋਲ ਕੀ ਬਣਦਾ ਹੈ, ਇਸ ਤਰ੍ਹਾਂ ਇੱਕ ਜਿਹੜੀ ਭੁਜਾ ਅਸੀਂ ਉਹ ਬਣਾਉਂਦੇ ਹਾਂ ਅਤੇ ਇਸ ਪੁਆਇੰਟ ਦੇ ਨਾਮ ਅਸੀਂ ਰੱਖਦੇ ਹਾਂ A B C D ਅਤੇ E। ਸੋ ਇਹ ਸਾਡੇ ਕੋਲ ਹੋ ਗਏ। ਸੋ ਸਮਲੰਬ ਚਤੁਰਭੁਜ ਕਿਹੜੀ ਹੋ ਗਈ ਸਾਡੇ ਕੋਲ A B C D। B ਬਿੰਦੂ ਤੋਂ 10 ਮੀਟਰ ਤੇ ਇੱਕ ਬਿੰਦੂ
E लगाओ। सो असी इत्थों 10 मीटर छड्डिया तो एक बिंदु असी E लगाता, ठीक है। तो यदा मतलब कि BE साडे कोल जिहड़ी कितनी हो जाती है 10 मीटर। सो क्लीयर। सो हुण देखो साडे कोल इसनूं असीं साफ करदे हां तो साडे कोल समलंब चतुर्भुज इस तरह दो भागों में बनया नज़र आ रहा है, ठीक है। सो समलंब चतुर्भुज जिहड़ा खेत्रफल साडे कोल 1/2 समांतर भुजावां दा जोड़ गुणा शिखर लंब के बराबर सीगा। सो वो साडे कोल की आ जाएगा एक तो की आंदा साडे कोल कि समलंब चतुर्भुज का खेत्रफल बराबर भाग 1 प्लस भाग 2 खेत्रफल। सो दो भागों के खेत्रफल के बराबर होगा। सो भाग 1 जिहड़ा है साडे कोल देखो किस तरह का है, ये भुजा समांतर इसदे हो गई, ये साडे कोल की 13 मीटर जिहड़ी हो जाएगी, ठीक है। सो ये 13 मीटर, ये 13 मीटर, ये 10 मीटर, ये 10 मीटर साडे कोल आपस में समांतर हो गई, दोवें सन्मुख भुजावां साडे कोल। सो ये भाग 1 जिहड़ा साडे कोल हो गया, ये की हो जाएगा साडे कोल समांतर चतुर्भुज पैरेललोग्राम प्लस भाग 2 जिहड़ा एक साडे कोल की आ जाएगा त्रिभुज खेत्रफल। सो असी हुण एक भाग 1 समांतर चतुर्भुज का खेत्रफल पता करना है तो दूसरा त्रिभुज का पता करना है, तो असी जिहड़ा अपना क्वेश्चन है जिहड़ा उसनूं सॉल्व कर सकांगे। सो सब तो पहला असी भाग अपने 1 की गल करनी है, 2 की गल करते हैं। भाग 2 जो साडे कोल एक त्रिभुज जिहड़ी कि वो बन चुकी है, जिस दे विच एक भुजा 13 है, दूसरी 14 है, तो ये साडे कोल कितनी है 15। देखो सारी 25 ही साडे कोल मतलब कि ये साडे कोल E है, पॉइंट ए C है, तो ये कितना है D। सो EC पॉइंट 25 कितना आया साडे कोल 25 मीटर किस तरह आता है, देखो साडे कोल सी BC बराबर सी 25 सेंटीमीटर। सो BC बराबर सी साडे कोल BE प्लस EC, BE प्लस EC। सो BC 25 सेंटीमीटर, BE साडे कोल 10 बनया सी। सो EC कितना आ जाएगा साडे कोल 25 माइनस 10 बराबर EC। सो EC साडे कोल आ गया 15 मीटर। सो इस तरह साडे कोल कितना है 15 मीटर। सो हुण इसका खेत्रफल पता करने के लिए असीं किहड़ा फॉर्मूला लगावांगे, हीरो सूत्र। सो त्रिभुज DEC दा खेत्रफल, सो DEC का खेत्रफल साडे को होएगा बराबर S माइनस A S माइनस B S माइनस C, जिसनों असीं मानते हैं 2। सो इस लिए सब तो पहले S प्राप्त करते हैं। S की हुंदा है साडे को परिमाप बटा 2। सो 15 जमा 14 जमा 13 तिन्ने भुजावां दा जोड़ डिवाइड बाय 2 नाल आ गया मीटर। सो S आ जाएगा साडे को 15 30 ते साडे को 42 आ जाएगा 42/2 मीटर। सो साडे को 2 1 2 21। सो S आ गया साडे को 21 मीटर। सो 2 तो समीकरण 2 तो असी पता करते हाँ S कितना है साडे को 21 माइनस साडे को आ जाएगा 15, फिर आ जाएगा 21 माइनस साडे को 13। सो 21 माइनस आ जाएगा साडे को 14 मीटर स्क्वेयर। सो साडे को ये है A B और C, जो भी त्रिभुज साडे को तिन्ने भुजावां हैं ABC वो असी माइनस कर दित्तियां हैं। सो साडे को की आंदा है 21 लिखते हैं असी 7 गुणा 3 7 21 21 माइनस 15 आ गया साडे को 6 21 माइनस 13 साडे को सॉरी 21 आना सीगा 21 माइनस 13 साडे को आ जाएगा 8, फिर 21 माइनस 14 साडे को आ जाएगा 7, तो नाल आ जाएगा मीटर स्क्वेयर। हुण देखो रूट दे विच साडे को 7 कितनी बारी आ रहा है 2 बारी। सो रूट दे विच जिहड़ी भी वैल्यू साडे को 2 बारी आती है रूट चों बाहर आ जाती है, क्योंकि उसकी पावर 2 हो जाती है तो रूट के नाल कैंसल हो जाती है। सो 7 बाहर आ गया साडे को 2 बारी सीगा, साडे को की बचदा है रूट दे विच 3 मल्टीप्लाई 6 नूं असीं लिखदे हां 3 गुणा 2, 8 नूं लिखदे हां 4 गुणा 2 मीटर स्क्वेयर। हुण देखो साडे को 7 3 बारी आ गया, 3 2 बारी आ गया रूट दे विच साडे को, 3 भी बाहर आ गया साडे को, 2 भी 2 बारी है 2 भी बाहर आ गया। सो 4 बचता है, 4 का रूट कितना हुंदा है 2।
ਸੋ 4 ਦਾ ਵਰਗਮੂਲ 2 ਵੀ ਅਸੀਂ ਬਾਹਰ ਲਿਖ ਲਿਆ, ਸਾਡੇ ਕੋਲ ਆ ਗਿਆ ਮੀਟਰ ਸਕੁਅਰ। ਸੋ ਗੁਣਾ ਕਰਕੇ ਕਿੰਨਾ ਆਉਂਦਾ 7 ਤੇ 21, 21 ਦੂਣ 42, ਦੂਣ 84, ਸੋ 84 ਮੀਟਰ ਸਕੁਅਰ। ਸੋ ਇਹ ਜਿਹੜੀ ਤ੍ਰੈਭੁਜ ਆ ਸਾਡੇ ਕੋਲ, ਇਸ ਦਾ ਖੇਤਰਫਲ ਕਿੰਨਾ ਆਉਂਦਾ ਹੈ 84 ਮੀਟਰ ਸਕੁਅਰ। ਸੋ ਭਾਗ 2 ਕਿੰਨਾ ਆ ਗਿਆ 84 ਮੀਟਰ ਸਕੁਅਰ। ਸੋ ਭਾਗ 2 ਰਹਿ ਗਿਆ ਸਾਡੇ ਕੋਲ। ਸੋ ਸੋਰੀ 2 ਅਸੀਂ ਪਤਾ ਕੀਤਾ, 1 ਭਾਗ 1 ਦਾ ਖੇਤਰਫਲ। ਸੋ ਬਰਾਬਰ ਹੈ ਸਮਾਂਤਰ ਚਤੁਰਭੁਜ ਦਾ ਖੇਤਰਫਲ। ਸੋ ਇਹ ਸਾਡੇ ਕੋਲ ਹੁੰਦਾ ਹੈ B ਗੁਣਾ H, ਮਤਲਬ ਕਿ ਆਧਾਰ ਗੁਣਾ ਉਚਾਈ, ਜਾਂ ਜਿਸ ਨੂੰ ਅਸੀਂ ਲਿਖਦੇ ਹਾਂ ਸਿਖਰ ਲੰਬ। ਸੋ ਇਹ ਸਾਡੇ ਕੋਲ ਹੋਏਗਾ B ਗੁਣਾ H, ਜਿਸ ਨੂੰ ਅਸੀਂ ਲਿਖਦੇ ਹਾਂ ਆਧਾਰ ਗੁਣਾ H ਦਾ ਮਤਲਬ ਸਾਡੇ ਕੋਲ ਹੋਏਗਾ ਸਿਖਰ ਲੰਬ। ਸੋ ਹੁਣ ਗੱਲ ਆਉਂਦੀ ਹੈ ਸਿਖਰ ਲੰਬ ਦੀ। ਜੋ ਸਿਖਰ ਲੰਬ ਅਸੀਂ ਇੱਥੇ ਸਾਫ਼ ਕੀਤਾ ਸੀ, ਉਹੀ ਸਿਖਰ ਲੰਬ ਸਾਨੂੰ ਹੁਣ ਅਸੀਂ ਪਤਾ ਕਰਨਾ ਹੈ। ਸੋ ਸਿਖਰ ਲੰਬ ਕਿਸ ਤਰ੍ਹਾਂ ਪਤਾ ਕਰਨਾ ਹੈ? ਸੋ ਇਸੇ ਤ੍ਰੈਭੁਜ ਦੇ ਵਿੱਚ ਅਸੀਂ ਇੱਕ ਸਿਖਰ ਲੰਬ ਇੱਥੇ ਜਿਹੜਾ ਉਹ ਬਣਾਉਂਦੇ ਹਾਂ। ਸੋ ਕਿਉਂ ਦੇਖੋ, ਇਸ ਇੱਧਰ ਬਣਾ ਲੈਂਦੇ ਹਾਂ ਅਸੀਂ, ਬੇਸ਼ੱਕ ਇਹ ਸਿਖਰ ਲੰਬ ਬਣਾ ਲਈਏ ਜਾਂ ਅਸੀਂ ਇਹ ਬਣਾ ਲਈਏ, ਦੋਵਾਂ ਦੀ ਲੰਬਾਈ ਤਾਂ ਬਰਾਬਰ ਹੀ ਹੋਵੇਗੀ ਸਾਡੇ ਕੋਲ। ਸੋ ਇਸ ਤਰ੍ਹਾਂ ਸਾਡੇ ਕੋਲ ਪੁਆਇੰਟ ਇੱਕ ਹੋਰ ਆਉਂਦਾ ਹੈ F। ਸੋ DF ਸਾਡੇ ਕੋਲ ਇੱਕ ਹੋਰ ਬਣ ਜਾਂਦਾ ਹੈ। ਸੋ D ਤੋਂ ਸਿਖਰ ਲੰਬ ਕਿਹਦੇ ਤੇ ਆ ਗਿਆ ਸਾਡੇ ਕੋਲ EC ਤੇ ਖਿੱਚੋ। ਸੋ ਜਦੋਂ ਅਸੀਂ ਇਹ ਸਿਖਰ ਲੰਬ ਜਿਹੜਾ ਖਿੱਚਦੇ ਹਾਂ ਤਾਂ ਸਾਡੇ ਕੋਲ ਜਿੱਥੇ ਵੀ ਜਿਹੜੀ ਵੀ ਭੁਜਾ ਤੇ ਸਿਖਰ ਲੰਬ ਹੁੰਦਾ ਹੈ, ਉਹ ਭੁਜਾ ਸਾਡੇ ਕੋਲ ਆਧਾਰ ਬਣ ਜਾਂਦੀ ਹੈ ਜਾਂ ਬੇਸ ਬਣ ਜਾਂਦੀ ਹੈ। ਇਸ ਲਈ ਸਾਡੇ ਕੋਲ ਆਧਾਰ ਕੀ ਹੋ ਗਿਆ EC ਆਧਾਰ ਹੋ ਜਾਂਦਾ ਹੈ। ਸੋ ਤ੍ਰੈਭੁਜ ਦਾ ਖੇਤਰਫਲ ਸਾਡੇ ਕੋਲ ਬਰਾਬਰ ਹੁੰਦਾ ਹੈ 1/2 ਗੁਣਾ ਆਧਾਰ ਗੁਣਾ ਲੰਬ, ਮਤਲਬ ਕਿ ਹਾਈਟ। ਸੋ ਤ੍ਰੈਭੁਜ ਦਾ ਖੇਤਰਫਲ ਸਾਡੇ ਕੋਲ ਸਾਰਾ ਕਿੰਨਾ ਹੈ 84 ਮੀਟਰ ਸਕੁਅਰ। ਸੋ ਬਰਾਬਰ ਆ ਗਿਆ 1/2 ਗੁਣਾ ਬੇਸ। ਬੇਸ ਕਿੰਨਾ ਹੈ? ਇਹ ਸਾਡੇ ਕੋਲ ਬੇਸ ਹੈ B 15। ਹਾਈਟ ਜੋ ਹੈ ਸਿਖਰ ਲੰਬ ਜਿਹੜਾ ਹੈ ਸਾਡੇ ਕੋਲ, ਇਹ ਮਤਲਬ H ਹੈ, ਅਸੀਂ ਇਹ ਪਤਾ ਕਰਨਾ ਹੈ। ਸੋ ਇਹ H ਕਿੰਨਾ ਹੁੰਦਾ ਸਾਡੇ ਕੋਲ, ਹੁਣ ਅਸੀਂ ਪਤਾ ਕਰ ਸਕਦੇ ਹਾਂ। ਸੋ ਇੱਧਰ ਹੈ ਸਾਡੇ ਕੋਲ ਮੀਟਰ, 15 ਨਾਲ ਮੀਟਰ ਸੀ, ਮੀਟਰ ਨਾਲ ਇੱਕ ਰੂਟ ਸਕੁਅਰ ਸਾਡਾ ਕੈਂਸਲ ਹੋ ਗਿਆ। ਸੋ ਸਾਡੇ ਕੋਲ ਆਏਗਾ 84, ਇਹ ਵਾਲਾ 2 ਇਸ ਸਾਈਡ ਤੇ ਗੁਣਾ ਹੋ ਜਾਏਗਾ। ਸੋ 15 ਜਿਹੜਾ ਹੈ ਸਾਡੇ ਕੋਲ ਇੱਧਰ ਡਿਵਾਈਡ ਹੋ ਗਿਆ, ਬਚ ਗਿਆ ਸਾਡੇ ਕੋਲ H। ਇਸ ਤਰ੍ਹਾਂ ਜੋ ਸਾਡੇ ਕੋਲ ਸਿਖਰ ਲੰਬ ਆ ਜਾਂਦਾ ਹੈ ਉਹ ਆ ਜਾਂਦਾ ਹੈ 84 × 2/15। ਸੋ ਹੁਣ ਦੇਖੋ ਆਧਾਰ, ਹੁਣ ਭਾਗ 1 ਦੇ ਵਿੱਚ ਅਸੀਂ ਆਉਂਦੇ ਹਾਂ, ਇਸ ਦਾ ਖੇਤਰਫਲ ਪਤਾ ਕਰਨਾ ਹੈ ਜੋ ਹੈ B ਗੁਣਾ H। ਆਧਾਰ ਕਿੰਨਾ ਹੈ ਸਾਡੇ ਕੋਲ, ਇਸ ਭਾਗ ਵਿੱਚ ਆ ਜਾਓ ਪਹਿਲੇ ਭਾਗ ਦੇ ਵਿੱਚ। ਸੋ ਆਧਾਰ ਕਿੰਨਾ ਹੈ ਸਾਡੇ ਕੋਲ 10, ਠੀਕ ਹੈ, ਇਹ ਸਾਡਾ ਆਧਾਰ ਹੈ 10। ਅਸੀਂ ਲਿਖਿਆ 10 ਤੇ ਸਿਖਰ ਲੰਬ ਸਾਡਾ ਕਿੰਨਾ ਹੈ 84 × 2/15। ਖੇਤਰਫਲ ਕੱਢ ਰਹੇ ਹਾਂ, ਨਾਲ ਆ ਜਾਏਗਾ ਸਾਡੇ ਕੋਲ ਮੀਟਰ ਦਾ ਸਕੁਅਰ। ਸੋ ਕੀ ਬਣਦਾ ਸਾਡੇ ਕੋਲ 10 ਮਲਟੀਪਲਾਈ, ਇਸ ਨੂੰ ਗੁਣਾ ਕਰੋ, 2 ਚੌਕੇ 8, 8 ਦੂਣੀ 16, 168/15 ਮੀਟਰ ਸਕੁਅਰ। ਸੋ ਗੁਣਾ ਕਰਕੇ ਸਾਡੇ ਕੋਲ ਆਉਂਦਾ ਹੈ 1680/15 ਮੀਟਰ ਸਕੁਅਰ। ਸੋ ਡਿਵਾਈਡ ਕਰਦੇ ਹਾਂ, ਡਿਵਾਈਡ ਕਰਨ ਤੋਂ ਬਾਅਦ ਦੇਖਦੇ ਹਾਂ ਸਾਡੇ ਕੋਲ ਕੀ ਆਉਂਦਾ ਹੈ 1680 ਡਿਵਾਈਡ ਬਾਈ 15। 15 1 15, 1 8, ਫਿਰ 15 1 15, 3 0, 15 2 30। ਸੋ ਸਾਡੇ ਕੋਲ ਕੀ ਬਚਦਾ ਹੈ 15 1 15 ਉੱਪਰ ਆ ਗਿਆ 1 1 2। ਸੋ 112 ਮੀਟਰ ਸਕੁਅਰ ਜਿਹੜਾ ਸਾਡੇ ਕੋਲ ਆਨਸਰ ਹੈ ਉਹ ਆ ਜਾਂਦਾ ਹੈ। ਸੋ ਇਸ ਤਰ੍ਹਾਂ ਸਾਡੇ ਕੋਲ ਭਾਗ 1 ਜਿਹੜਾ ਹੈ ਇਸ ਦਾ ਖੇਤਰਫਲ ਕਿੰਨਾ ਆਉਂਦਾ ਹੈ 112 ਮੀਟਰ ਸਕੁਅਰ, ਅਤੇ ਜੋ ਭਾਗ 2 ਸੀ ਉਸ ਦਾ ਕਿੰਨਾ ਸੀ 84 ਮੀਟਰ ਸਕੁਅਰ। ਸੋ ਇਸ ਲਈ ਸਾਡੇ ਕੋਲ ਪੂਰਾ ਖੇਤਰਫਲ ਜਿਹੜਾ ਕਿੰਨਾ ਆਉਂਦਾ ਹੈ, ਇਸ ਸਾਈਡ ਤੇ ਕਰਦੇ ਹਾਂ ਅਸੀਂ 112 + 84 ਮੀਟਰ ਸਕੁਅਰ। ਸਾਡੇ ਕੋਲ ਆ ਗਿਆ 4 ਤੇ 2 6, 8 ਤੇ 1 9, 196 ਮੀਟਰ ਸਕੁਅਰ ਜਿਹੜਾ ਸਾਡੇ ਕੋਲ ਇੱਕ ਜਿਹੜਾ ਫੀਲਡ ਹੈ ਟਰਪੀਜ਼ੀਅਮ ਆਕਾਰ ਦਾ, ਸਮਲੰਬ ਚਤੁਰਭੁਜ ਦੇ ਆਕਾਰ ਦਾ, ਉਸ ਦਾ ਜਿਹੜਾ ਖੇਤਰਫਲ ਹੈ ਉਹ ਆ ਜਾਂਦਾ ਹੈ। ਸੋ ਇੱਕ ਵਾਰ ਫਿਰ ਦੇਖਦੇ ਹਾਂ ਕੁਐਸਚਨ ਦੇ ਵਿੱਚ ਕੀ ਸੀ ਸਾਡੇ ਕੋਲ। ਇੱਕ ਸਾਡੇ ਕੋਲ ਖੇਤ ਦਿੱਤਾ ਗਿਆ ਸੀ, ਫੀਲਡ ਦਿੱਤਾ ਗਿਆ ਸੀ ਸਮਲੰਬ ਚਤੁਰਭੁਜ ਆਕਾਰ ਦਾ, ਟਰਪੀਜ਼ੀਅਮ ਦੀ ਸ਼ੇਪ ਦਾ। ਸੋ ਟਰਪੀਜ਼ੀਅਮ ਦੇ ਵਿੱਚ ਅਸੀਂ ਸਾਡੇ ਕੋਲ 2 ਸਮਾਂਤਰ ਭੁਜਾਵਾਂ ਜਿਹੜੀਆਂ ਸੀ 25 ਮੀਟਰ 10 ਮੀਟਰ ਸੀਗੀਆਂ, ਤੇ ਆਹ ਸਮਾਂਤਰ 13 ਤੇ 14 ਮੀਟਰ ਸੀਗੀਆਂ। 25 ਮੀਟਰ ਜਿਹੜੀ ਸੀ ਉਸ ਨੂੰ ਅਸੀਂ ਡਿਵਾਈਡ ਕਰਤਾ 2 ਭਾਗਾਂ ਦੇ ਵਿੱਚ। ਸੋ ਇਸ ਤਰ੍ਹਾਂ ਡਿਵਾਈਡ ਕੀਤਾ ਕਿ ਉਸਦੇ 2 ਭਾਗ ਬਣ ਗਏ, ਇੱਕ ਸਾਡੇ ਕੋਲ ਸਮਾਂਤਰ ਚਤੁਰਭੁਜ ਬਣ ਗਈ, ਦੂਸਰੀ ਸਾਡੇ ਕੋਲ ਇੱਕ ਤ੍ਰੈਭੁਜ ਬਣ ਜਾਂਦੀ ਹੈ। ਦੇਖੋ ਭਾਗ 1 ਭਾਗ 2 ਸਮਾਂਤਰ ਚਤੁਰਭੁਜ ਅਤੇ ਤ੍ਰੈਭੁਜ ਦੋਵਾਂ ਦੇ ਖੇਤਰਫਲ ਦੇ ਜੋੜ ਦੇ ਬਰਾਬਰ ਸਾਡਾ ਜਿਹੜਾ ਸਮਲੰਬ ਚਤੁਰਭੁਜ ਦਾ ਖੇਤਰਫਲ ਜਿਹੜਾ ਉਹ ਹੋਵੇਗਾ। ਸੋ ਫਿਰ ਅਸੀਂ ਭਾਗ 2 ਸਭ ਤੋਂ ਪਹਿਲਾਂ ਲਿਆ ਹੈ, ਉਹ ਇੱਕ ਸਾਡੇ ਕੋਲ ਤ੍ਰੈਭੁਜ ਹੈ, ਉਸ ਦਾ ਖੇਤਰਫਲ ਅਸੀਂ ਪਤਾ ਕੀਤਾ ਹੈ ਕਿ ਹੀਰੋ ਸੂਤਰ ਦੇ ਨਾਲ, ਠੀਕ ਹੈ, ਜੋ ਸਾਡੇ ਕੋਲ ਹੈ 84 ਮੀਟਰ ਸਕੁਅਰ। ਫਿਰ ਅਸੀਂ D ਤੋਂ ਇੱਕ ਸਿਖਰ ਲੰਬ ਖਿੱਚਿਆ ਜੋ ਸਾਡੇ ਕੋਲ EC ਤੇ ਆਇਆ
ठीक है। तो ई सी साडा की हो गया आधार, क्योंकि ये साडा शिखर हो गया, इस शिखर तो साडे कोल लंब गए ते है ई सी ते ये साडा आधार बन गया। सो आधार साडे कोल ई सी आ गया। सो त्रिभुज का खेत्रफल कितना होंदा साडे कोल जदों शिखर लंब होवे, 1/2 गुणा आधार गुणा लंब। सो एच मीन साडा लंब है। सो त्रिभुज उही है, साडे कोल फॉर्मूला बदल गया है, ठीक है। 84 मीटर स्क्वेयर इज इक्वल टू 1/2 मल्टीप्लाई 15 मल्टीप्लाई एच मीटर। सो मीटर साडे कोल इधर 2 बारी मीटर सी, 1 मीटर कैंसल हो गया, साडे कोल रह गया 84 मल्टीप्लाई 2, ए 2 जिहड़ा इधर मल्टीप्लाई हो जाएगा, 15 जिहड़ा इस साइड ते डिवाइड हो जाएगा, साडे कोल रह गया एच। सो शिखर लंब कितना आ गया 84 मल्टीप्लाई 2/15। सो भाग 1 जिहड़ा साडे कोल सी समांतर चतुर्भुज का खेत्रफल। सो इसका खेत्रफल साडे कोल हुंदा है आधार गुणा एच, मतलब कि बी इंटू एच आधार गुणा शिखर लंब। सो आधार साडे कोल इसका कितना सी, उपर भी 10 नीचे भी 10, साडे कोल 10 सीगा, जां असीं 13 लै लईए जां 10 लै लईए, साडे कोल 10। शिखर लंब सॉरी आधार असीं 10 लिया क्योंकि लंब साडे कोल उपर तो नीचे इस साइड ते आ रहा है, इसलिए असीं जिहड़ा आधार है साडा 10 मीटर है। सो 10 नूं असीं गुणा करदे हां अपने शिखर लंब दे नाल, तो उसनूं असीं सॉल्व कीता है, तो साडे कोल जिहड़ा आंसर है समांतर चतुर्भुज का भी आ जाता है। सो दोवें भागों को जो असीं जोड़ते हैं तो साडे कोल आंसर आंदा 196 मीटर स्क्वेयर। सो उम्मीद करता है कि क्वेश्चन जिहड़ा तुहानूं समझ आ गया होवेगा। सो वध तो वध बच्चों तक शेयर करो। सो नवीं तो नवीं वीडियोज़ प्राप्त करने लई चैनल नूं सबसक्राइब कर लो, तां जो तुहानूं वीडियोज़ नूं फाइंड आउट करन दी लोड़ ना पवे, तुहानूं जिहड़ा नोटिफिकेशन है तुहाडे फोन ते ही आई जावे। सो इस दे नाल ही साडी जिहड़ी ये एक्सरसाइज 12.2 खत्म हुंदी है, ते नाल दी नाल साडा चैप्टर जिहड़ा वो भी कंप्लीट हुंदा है। सो थैंक यू, मिलदे हां नैक्सट क्लास दे विच एक नैक्सट चैप्टर दे नाल। थैंक यू।